इस वक्त जिहड़ा प्रिथी चंद है वो गुरु घर दे विच इस तरह दीयां घटिया हरकतां कर रहा है जो कि ना बर्दाश्तयोग ने। जे उन्हां नूं लगदा आ कि शायद साडी नींद जहांगीर नालों गूढ़ी आ, ये भुलेखा पाल रहे ने। आ दो टब्बर ने कैप्टन ते बादल, वो पोथी फड़ के सौं खा रहा है, ये पोथियां रोल रहा है। ये सिखां दा राज नहीं आ, ये डोगरियां दा राज है। ਤੁਸੀਂ ਉਹਨਾਂ ਨੂੰ ਡੋਗਰੇ ਕਹਿੰਦੇ ਹੋ, ਪਰ ਉਹਨਾਂ 'ਚੋਂ ਇੱਕ ਨੂੰ ਤਾਂ ਜਿਹੜਾ ਫਖਰੇ ਕੌਮ ਦਾ ਸਨਮਾਨ ਵੀ ਦਿੱਤਾ ਜਾਂਦਾ ਹੈ ਨਾ। ਵੀ ਫਿਰ ਸੌਦੇ ਸਾਧ ਨੂੰ ਵੀ ਦੇ ਦਿਓ ਫਕਰੇ ਕੌਮ, ਉਹਨੇ ਕਿੱਡਾ ਕੁ ਗੁਨਾਹ ਕਰਤਾ। ਕਿਉਂਕਿ ਉਹਨੇ ਗੁਨਾਹ ਉਹਨਾਂ ਨਹੀਂ ਕੀਤੇ ਜਿੰਨੇ ਬਾਦਲ ਟੱਬਰ ਨੇ ਕੀਤੇ ਹੋਏ ਆ। ਇਹ ਮੈਨੂੰ ਰਾਜਨੀਤੀ ਦੀ ਗੱਲ ਕਰਨ ਦਾ ਅਧਿਕਾਰ ਨਹੀਂ, ਤੁਹਾਨੂੰ ਅਕਾਲ ਤਖਤ ਸਾਹਿਬ ਤੇ ਖਲੋ ਕੇ ਰਾਜਨੀਤੀ ਕਰਨ ਦਾ ਸਰਟੀਫਿਕੇਟ ਕਿਹਨੇ ਦਿੱਤਾ ਹੋਇਆ ਆ। ਰਾਜਨੀਤੀ ਤਾਂ ਸਿੱਖ ਦੇ ਪੈਰ ਦੀ ਜੁੱਤੀ ਵਰਗੀ ਵੀ ਨਹੀਂ। ਪੁੱਤ ਜਿਹੜਾ ਨਾ ਉਹ ਮਾਂ ਨਹੀਂ ਜੰਮ ਸਕਦਾ, ਮਾਂ ਪੁੱਤ ਜੰਮ ਸਕਦੀ ਹੈ। ਚਾਹੇ ਢੀਂਡਸਾ ਸਾਹਿਬ ਹੋਣ, ਬ੍ਰਹਮਪੁਰਾ ਸਾਹਿਬ ਹੋਣ, ਬੈਂਸ ਸਾਹਿਬ ਹੋਣ, ਆਪ ਵਾਲੇ ਹੋਣ, ਮੈਂ ਉਹਨਾਂ ਸਾਰਿਆਂ ਨੂੰ ਹੋਕਾ ਦਿੰਦਾ ਹੈ, ਗੁਰਦੁਆਰੇ ਦੀ ਇਲੈਕਸ਼ਨ 'ਚ ਲੱਤ ਨਾ ਫਸਾਇਓ। ਅਸੀਂ ਨਹੀਂ ਚਾਹੁੰਦੇ ਇਹ ਸਿਆਸੀ ਗੰਦ ਗੁਰਦੁਆਰੇ 'ਚ ਹੋਰ ਵਧੇ ਔਰ ਇਹਨਾਂ ਦੇ ਕਾਰਨ ਵਧੇ। ਪੰਜਾਬ ਦੇ ਸਾਹਮਣੇ ਇਸ ਸਮੇਂ ਕਈ ਭਖਦੇ ਮੁੱਦੇ ਮੂੰਹ ਟੱਡੀ ਖੜੇ ਨੇ। ਇਹ ਮਸਲੇ ਸਿਆਸੀ ਵੀ ਨੇ, ਸਮਾਜਿਕ ਵੀ ਨੇ, ਆਰਥਿਕ ਵੀ ਨੇ, ਤੇ ਨਾਲ ਦੀ ਨਾਲ ਇਹ ਮਸਲੇ ਧਾਰਮਿਕ ਵੀ ਨੇ। ਜਦੋਂ ਮਸਲਾ ਕੋਈ ਧਾਰਮਿਕ ਹੁੰਦਾ ਆ ਤੇ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੰਵੇਦਨਸ਼ੀਲਤਾ ਤੇ ਥੋੜਾ ਜਿਹਾ ਠਰਮੇ ਨੂੰ ਵਰਤਣ ਦੀ ਜ਼ਰੂਰਤ ਹੁੰਦੀ ਹੈ। ਪੰਜਾਬ ਦੇ ਵਿੱਚ ਜੋ ਕੁਝ ਧਾਰਮਿਕ ਪੱਧਰ ਤੇ ਹੋ ਵਾਪਰ ਰਿਹਾ, ਕਹਿੰਦੇ ਨੇ ਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਉਹ ਗੁਰਬਾਣੀ ਨੂੰ ਲੈ ਕੇ ਜਿਹੜੇ ਇਸ ਸਮੇਂ ਮਸਲੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 328, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਲੇਖਾ ਜੋਖਾ ਨਹੀਂ ਲੱਭਦਾ। ਬਹੁਤ ਕੁਝ ਉਸ ਉੱਤੇ ਕੀਤਾ ਜਾਂਦਾ ਆ, ਜਾਂਚ ਬਿਠਾਈ ਜਾਂਦੀ ਹੈ, ਕੁਝ ਤੇ ਕਾਰਵਾਈ ਹੁੰਦੀ ਹੈ, ਪਰ ਸਿੱਖ ਜਥੇਬੰਦੀਆਂ ਉਸ ਸਭ ਤੋਂ ਸੰਤੁਸ਼ਟ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ। ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਰੋਸ ਵੀ ਜਤਾਉਂਦੀਆਂ ਨੇ, ਧਰਨੇ ਵੀ ਲਾਉਂਦੀਆਂ ਨੇ, ਦਰਬਾਰ ਸਾਹਿਬ ਦੇ ਬਾਹਰ ਆਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਜਾ ਕੇ ਧਰਨੇ ਲਾਉਂਦੀਆਂ ਨੇ। ਬਿਲਕੁਲ ਇਨ ਬਿਨ ਇਸੇ ਤਰੀਕੇ ਨਾਲ 4 ਨਵੰਬਰ ਤੋਂ ਲਗਾਤਾਰ ਸਿੱਖ ਸਦਭਾਵਨਾ ਦਲ ਤੋਂ ਭਾਈ ਬਲਦੇਵ ਸਿੰਘ ਵਡਾਲਾ ਹੋਰੀ ਵੀ ਇਸੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਤੋਂ ਆਪਣੀਆਂ ਕੁਝ ਮੰਗਾਂ ਲੈ ਕੇ ਜਿਹੜਾ ਆ ਉਹ ਇਸ ਸਮੇਂ ਹੋਕਾ ਦੇ ਰਹੇ ਨੇ। ਰੋਜ਼ ਕੀਰਤਨ ਕਰਦੇ ਨੇ, ਰੋਜ਼ ਸਪੀਕਰ ਦੇ ਰਾਹੀਂ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਹਿਸਾਬ ਕਿਤਾਬ ਲੈਣ ਦੀ ਗੱਲ ਕਰਦੇ ਨੇ ਤੇ ਜਾਂ ਫਿਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦੇ ਨੇ। ਇਸ ਵੇਲੇ ਸਾਡੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਹੋਰੀ ਮੌਜੂਦ ਨੇ। ਭਾਈ ਸਾਹਿਬ, ਦਿਨ ਲਗਾਤਾਰ ਬੀਤਦੇ ਜਾ ਰਹੇ ਨੇ, ਗੱਲਾਂ ਉਹੀ ਵਾਰ-ਵਾਰ ਹੁੰਦੀਆਂ ਨੇ, ਮਸਲਾ ਉਹੀ ਉੱਥੇ ਦਾ ਉੱਥੇ ਹੀ ਖੜਾ, ਕੋਈ ਇਹਦੇ ਤੋਂ ਇੱਕ ਕਦਮ ਵੀ ਅੱਗੇ ਚੱਲਦਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਇਸ ਸਭ ਦੇ ਦਰਮਿਆਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸ਼ਤਾਬਦੀ ਸਮਾਗਮ ਆ ਉਹ ਵੀ ਲਗਾਤਾਰ ਚੱਲ ਰਹੇ ਆ, ਮਨਾਏ ਜਾ ਰਹੇ ਨੇ। ਕੀ ਲੱਗਦਾ ਆ ਕਿ ਇਹ ਜਿੱਦਾਂ ਸਿੱਖ ਜਥੇਬੰਦੀਆਂ ਇੱਕ-ਇੱਕ ਕਰਕੇ ਜਾਂ ਇਕੱਠੀਆਂ ਹੋ ਕੇ ਵੀ ਕਈ ਵਾਰੀ ਆਵਾਜ਼ ਬੁਲੰਦ ਕਰਦੀਆਂ ਨੇ, ਤੇ ਆਵਾਜ਼ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਨਾਂ ਤੱਕ ਨਹੀਂ ਪਹੁੰਚਦੀ, ਜਾਂ ਤੁਸੀਂ ਗਲਤ ਤਰੀਕੇ ਨਾਲ ਆਵਾਜ਼ ਉਠਾ ਰਹੇ ਹੋ ਕਿ ਇਹ ਤਰੀਕਾ ਨਹੀਂ ਆ, ਸਹੀ ਤਰੀਕੇ ਨਾਲ ਆਵਾਜ਼ ਤੁਹਾਨੂੰ ਨਹੀਂ ਉਠਾਉਣੀ ਆਉਂਦੀ ਤੇ ਉਹ ਤਾਂ ਬਿਲਕੁਲ ਦਰੁਸਤ ਨੇ? ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵੱਲੋਂ ਗੁਰਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਵਾਜ਼ ਉਵੇਂ ਹੀ ਉਠਾ ਰਹੇ ਹਾਂ ਜਿਵੇਂ ਅੱਜ ਤੋਂ ਕਈ ਸੈਂਕੜੇ ਸਾਲ ਪਹਿਲਾਂ ਜਦੋਂ ਸਰਕਾਰਾਂ ਨਾਲ ਪ੍ਰਿਥੀ ਚੰਦਾਂ ਨੇ ਹੱਥ ਮਿਲਾਏ, ਗੁਰੂ ਦੀਆਂ ਗੋਲਕਾਂ ਤੇ ਡਾਕੇ ਮਾਰੇ, ਗੁਰੂ ਸਾਹਿਬ ਜੀ ਦੇ ਬਰਾਬਰ ਤੇ ਗੱਦੀਆਂ ਲਾਈਆਂ, ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਦੇ ਤੁੱਲ ਕਵਿਤਾਵਾਂ ਨੂੰ ਥਾਂ ਦੇਣ ਦੀਆਂ ਕੁਝੀਆਂ ਹਰਕਤਾਂ ਕੀਤੀਆਂ। ਹਰਿਮੰਦਰ ਸਾਹਿਬ ਜੀ ਦੀ ਨਕਲ ਤੇ ਇੱਕ ਗੁਰਦੁਆਰਾ ਦੁੱਖ ਨਿਵਾਰਨ ਬਣਾ ਕੇ ਹਰਿਮੰਦਰ ਸਾਹਿਬ ਦੀ ਨਕਲ ਕੀਤੀ ਗਈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦਿਆਂ
ਔਰ ਇਹਨਾਂ ਮੀਣਿਆਂ ਦਾ ਸੱਚ ਸਾਹਮਣੇ ਲਿਆਉਣ ਲਈ ਜਿਹੜਾ ਢੰਗ ਤਰੀਕਾ ਬਾਬਾ ਬੁੱਢਾ ਸਾਹਿਬ ਜੀ ਨੇ ਸ਼ੁਰੂ ਕੀਤਾ ਸੀ, ਅਸੀਂ ਉਹ ਕੀਤਾ ਹੋਇਆ ਆ। ਇਹਦੇ 'ਚ ਕੋਈ ਕਮੀ ਨਹੀਂ ਆ। ਬਾਬਾ ਬੁੱਢਾ ਸਾਹਿਬ ਜੀ ਨੇ ਵੀ ਕਦੇ ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਨੂੰ ਘੇਰ ਕੇ ਨਾਕੇ ਲਾਏ, ਪਿਪਲੀ ਸਾਹਿਬ ਲਾਏ, ਇੱਥੇ ਲਾਏ, ਬੀੜ ਸਾਹਿਬ ਲਾਏ, ਸਾਰੇ ਪਾਸਿਆਂ ਤੋਂ ਆਉਣ ਵਾਲੀਆਂ ਦੂਰੋਂ ਦਰਾਡੀਆਂ ਸੰਗਤਾਂ ਨੂੰ ਸੁਚੇਤ ਕੀਤਾ। ਇਸ ਵਕਤ ਜਿਹੜਾ ਪ੍ਰਿਥੀ ਚੰਦ ਹੈ ਉਹ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਕਰ ਰਿਹਾ ਜੋ ਕਿ ਨਾ ਬਰਦਾਸ਼ਤਯੋਗ ਨੇ। ਸਿੱਖ ਸੰਗਤਾਂ ਉਹ ਤੋਂ ਸੁਚੇਤ ਹੁੰਦੀਆਂ। ਪ੍ਰਿਥੀ ਚੰਦੂਆਂ ਨੂੰ ਨੱਥ ਵੀ ਪਈ। ਸਮਾਂ ਆਪਣੀ ਰਫਤਾਰੇ ਚੱਲਦਾ ਹੈ। ਕਦੇ ਬਾਬਾ ਮੱਖਣ ਸ਼ਾਹ ਲਬਾਣਾ ਜੀ ਲਕੀਰ ਖਿੱਚਦੇ ਨੇ, ਕਦੇ ਬਾਬਾ ਦੀਪ ਸਿੰਘ ਖਿੱਚਦੇ ਨੇ, ਕਦੇ ਭਾਈ ਮਨੀ ਸਿੰਘ ਖਿੱਚਦੇ ਨੇ। 100 ਸਾਲ ਪਹਿਲਾਂ ਇਸੇ ਹੀ ਜ਼ਬਰ ਦਾ ਮੁਕਾਬਲਾ ਸ਼ਹੀਦ ਭਾਈ ਲਛਮਣ ਸਿੰਘ ਜੀਆਂ ਨੇ ਇਹੀ ਲਕੀਰ ਖਿੱਚ ਕੇ ਕੀਤਾ ਸੀਗਾ। ਅੱਜ 100 ਸਾਲ ਬਾਅਦ ਫਿਰ ਅਸੀਂ ਉਸੇ ਹੀ ਨਕਸ਼ੇ ਕਦਮ ਚੱਲ ਰਹੇ ਹਾਂ। ਤੇ ਜੇ ਉਹਨਾਂ ਨੂੰ ਲੱਗਦਾ ਆ ਕਿ ਸ਼ਾਇਦ ਸਾਡੀ ਨੀਂਦ ਜਹਾਂਗੀਰ ਨਾਲੋਂ ਗੂੜੀ ਆ, ਇਹ ਭੁਲੇਖਾ ਪਾਲ ਰਹੇ ਨੇ। ਕਿਉਂਕਿ ਕਦੇ ਜਹਾਂਗੀਰ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਕੇ ਤੇ ਉਹ ਵੀ ਗੂੜੀ ਨੀਂਦੇ ਸੌਂ ਗਿਆ ਸੀ। ਤੇ ਬਾਬਾ ਬੁੱਢਾ ਸਾਹਿਬ ਜੀ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਜਥੇ ਲੈ ਕੇ ਗਵਾਲੀਅਰ ਜਾਂਦੇ ਸਨ। ਉਹਨਾਂ ਨੇ ਪਰਿਕਰਮਾ ਕਰਨੀਆਂ, ਸ਼ਬਦ ਪੜ੍ਹਨੇ, ਕਿਲੇ ਦੇ ਬੂਹੇ ਅੱਗੇ ਖੜ ਕੇ ਅਰਦਾਸ ਕਰਨੀ, ਮੱਥਾ ਟੇਕਣਾ, ਬਰੂਹਾਂ ਨੂੰ ਚੁੰਮਣਾ ਤੇ ਵਾਪਸ ਆ ਜਾਣਾ। ਔਰ ਇਹ ਗੱਲ ਜਦੋਂ ਪੂਰੇ ਮੁਸਲਮਾਨ ਭਾਈਚਾਰੇ 'ਚ ਗਈ, ਉਹ ਸਾਰਿਆਂ ਦੇ ਇੱਕ ਆਵਾਜ਼ ਉੱਠੀ ਵੀ ਜਿਹੜਾ ਜਹਾਂਗੀਰ ਹੈ ਇਹ ਬਹੁਤ ਗਲਤ ਢੰਗ ਨਾਲ ਸਿੱਖਾਂ ਨਾਲ ਪੇਸ਼ ਆ ਰਿਹਾ। ਪਹਿਲਾਂ ਇਹਨੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਔਰ ਅੱਜ ਇਹ ਨਵੀਂ ਭਾਜੀ ਚਾੜਨ ਲੱਗਾ ਸਾਡੇ ਤੇ ਹੋਰ, ਜਿਹਦੇ ਨਾਲ ਸਮੁੱਚੀ ਮੁਸਲਮਾਨ ਭਾਈਚਾਰੇ ਦਾ ਸਿਰ ਹਮੇਸ਼ਾ ਲਈ ਨੀਵਾਂ ਹੋ। ਸਾਈਂ ਮੀਆਂ ਮੀਰ ਵਰਗਿਆਂ ਨੇ ਉਹਨੂੰ ਜਾ ਕੇ ਅਕਲ ਦਿੱਤੀ ਤੇ ਜਾ ਕੇ ਉਹਨੇ ਅਕਲ ਲਈ। ਉਹ ਫਿਰ ਜਾ ਕੇ ਰਿਹਾਈ ਵੀ ਹੁੰਦੀ ਆ ਬੰਦੀ ਛੋੜ ਦਿਵਸ ਤੇ ਜਿਹੜੇ ਦਿਨ ਮਨਾਉਣੇ। ਉਹੀ ਤਰੀਕਾ ਬਾਬਾ ਬੁੱਢਾ ਸਾਹਿਬ ਜੀ ਵਾਲਾ ਅਸੀਂ ਫੜਿਆ ਹੋਇਆ ਵਾ। ਜੇ ਆਪਣੇ ਆਪ ਨੂੰ ਗੂੜੀ ਨੀਂਦੇ ਸੁੱਤੇ ਸਮਝਦੇ ਨੇ ਜਾਂ ਜਾਣ ਕੇ ਵੀ ਅਣਜਾਣ ਬਣਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਨੂੰ ਇਹ ਸਾਡੇ ਵੱਲੋਂ ਮੀਡੀਆ ਦੇ ਰਾਹੀਂ ਮੈਸੇਜ ਦੇ ਦਿਓ ਕਿ ਤੁਸੀਂ ਪਰਿਕਰਮਾ ਦੇ ਵਿੱਚ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਬੱਚੀਆਂ ਨੂੰ, ਬੀਬੀਆਂ ਨੂੰ, ਮਾਤਾਵਾਂ ਨੂੰ 4 ਘੰਟੇ ਹਿਰਾਸਤ ਵਿੱਚ ਰੱਖ ਕੇ ਕੁੱਟਣਾ, ਵੱਢਣਾ, ਫੱਟਣਾ ਤੇ ਤੁਹਾਡੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਲਿਆ। ਇਸ ਭੁਲੇਖੇ ਵਿੱਚ ਨਾ ਰਹਿ ਜਾਓ। ਕੈਮਰੇ ਤੁਹਾਡੇ ਵੀ ਤੋੜੇ ਸੀ, 100 ਸਾਲ ਪਹਿਲਾਂ ਵੀ ਇਹਨਾਂ ਨੇ ਇਦਾਂ ਕੀਤਾ ਸੀਗਾ। ਪੱਤਰਕਾਰਾਂ ਨੂੰ ਅੱਜ ਤਾਂ ਚਪੇੜਾਂ ਮਾਰੀਆਂ ਏ। ਮਹੰਤ ਨੇ ਉਸ ਵਕਤ ਦੇ ਪੱਤਰਕਾਰ ਵੀ ਜਿਉਂਦੇ ਸਾੜ ਦਿੱਤੇ ਸਨ। ਤੇ ਜੋ ਮਹੰਤਾਂ ਦਾ ਗੰਦ 100 ਸਾਲ ਪਹਿਲਾਂ ਸਾਫ਼ ਇਸੇ ਤਰ੍ਹਾਂ ਹੋਇਆ ਆ ਤੇ ਅੱਜ ਵੀ ਇਹ ਪੰਥਕ ਹੋਕਾ ਜਿਹੜਾ ਵਾ ਇਹਨੂੰ ਮਤਾਂ ਸੋਚਿਓ ਕਿ ਸ਼ਾਇਦ ਇਹ 2-4 ਦਿਨ ਰੌਲਾ ਪਾ ਕੇ ਚਲੇ ਜਾਣਗੇ। ਅਸੀਂ ਰੌਲਾ ਨਹੀਂ ਪਾ ਰਹੇ। ਅਸੀਂ ਵਡਾਲਾ ਸਾਹਿਬ ਮਾਫ ਕਰਨਾ, ਮੈਂ ਤੁਹਾਨੂੰ ਨਾ ਵਿੱਚ ਰੋਕ ਰਿਹਾ ਹਾਂ ਇੱਥੇ। ਇੱਕ ਗੱਲ ਜ਼ਰੂਰ ਹੈ, ਜਿਸ ਦੌਰ ਦੀ ਗੱਲ ਤੁਸੀਂ ਕਰਦੇ ਪਏ ਉਸ ਦੌਰ ਦੇ ਵਿੱਚ ਜਿਹੜਾ ਉਹ ਸਿੱਖਾਂ ਦੇ ਕੋਲ ਰਾਜਕਾਜ ਜਿਹੜਾ ਨਹੀਂ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੁੰਦਾ ਤੇ ਸਿੱਖਾਂ ਕੋਲ ਰਾਜਕਾਜ ਖੁੱਸ ਜਾਂਦਾ। ਘੋੜਿਆਂ ਦੀਆਂ ਕਾਠੀਆਂ ਜਿਹੜੀਆਂ ਉਹਨਾਂ ਦੇ ਬਿਸਤਰੇ ਬਣ ਜਾਂਦੀਆਂ ਨੇ ਤੇ ਜੰਗਲਾਂ ਦੇ ਵਿੱਚ ਰਹਿਣਾ ਪੈਂਦਾ। ਫਿਰ ਗੁਰਦੁਆਰਾ ਸਾਹਿਬਾਨ ਦੇ ਉੱਤੇ, ਗੁਰਧਾਮਾਂ ਦੇ ਉੱਤੇ ਜਦੋਂ ਲੱਗਦਾ ਕਿ ਉੱਥੋਂ ਦੀ ਮਰਿਆਦਾ ਭੰਗ ਕੀਤੀ ਜਾ ਰਹੀ ਹੈ ਤਾਂ ਫਿਰ ਦੁਬਾਰਾ ਸਿੱਖ ਸੰਗਤ ਜਿਹੜੀ ਆਉਂਦੀ ਹੈ ਤਾਂ ਕੁਰਬਾਨੀਆਂ ਦੇਣ ਲਈ ਤਿਆਰ। ਹੁਣ ਤਾਂ ਰਾਜਕਾਜ ਵਾਲੀ ਵੀ ਕੋਈ ਗੱਲ ਨਹੀਂ ਆ। ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਤਾਂ ਘੱਟੋ ਘੱਟ ਜਿਹੜੀ ਇਸ ਗੱਲ ਦੀ ਉਮੀਦ ਹੀ ਨਹੀਂ ਆਪਾਂ ਰੱਖ ਸਕਦੇ ਕਿ ਕਿਸੇ ਤਰੀਕੇ ਦਾ ਕੋਈ ਧੱਕਾ ਇੰਜ ਦਾ ਹੋ ਸਕਦਾ। ਫਿਰ ਹੁਣ ਕਿਉਂ ਨਹੀਂ ਇਨਸਾਫ ਜਿਹੜਾ ਮਿਲਦਾ ਨਜ਼ਰ ਆ ਰਿਹਾ? ਹੁਣ ਕਿਉਂ ਨਹੀਂ ਉਹ ਜਿਹੜੀਆਂ ਸਥਿਤੀਆਂ ਆ ਉਹ ਸੁਖਾਵੀਆਂ ਜੀਆਂ ਨਜ਼ਰ ਆ ਰਹੀਆਂ? ਇਹ ਤੁਸੀਂ ਸਮਝਦੇ ਹੋਵੋਗੇ ਸਿੱਖਾਂ ਦਾ ਰਾਜ ਸ਼ੇਰੇ ਪੰਜਾਬ ਦੇ ਨਾਲ ਹੀ ਚੱਲਿਆ ਗਿਆ, ਉਦੋਂ ਬਾਅਦ ਪਰਤ ਕੇ ਨਹੀਂ ਆਇਆ। ਹਾਂ, ਭਵਿੱਖ ਵਿੱਚ ਕਾਮਨਾ ਕਰਦੇ ਹਾਂ ਵੀ ਕਿਧਰੇ ਸ਼ੇਰੇ ਪੰਜਾਬ ਦਾ ਰਾਜ ਫਿਰ ਆਵੇ, ਅਕਾਲੀ ਫੂਲਾ ਸਿੰਘ ਦਾ ਰਾਜ ਫਿਰ ਆਵੇ। ਜੇ ਸਿੱਖਾਂ ਦਾ ਰਾਜ ਹੁੰਦਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਤੇ ਸਰੂਪਤਾ ਦੀ ਦੂਰ ਦੀ ਗੱਲ, ਕਿਸੇ ਦੀ ਕੁਰਾਨ, ਕਿਸੇ ਦੀ ਗੀਤਾ, ਕਿਸੇ ਦੀ ਬਾਈਬਲ ਨੂੰ ਵੀ ਕੋਈ ਉਂਗਲ ਨਹੀਂ ਸੀ ਕਰ ਸਕਦਾ ਜੇ ਸਿੱਖਾਂ ਦਾ ਰਾਜ ਹੁੰਦਾ। ਇਹ ਸਿੱਖਾਂ ਦਾ ਰਾਜ ਨਹੀਂ ਆ। ਇਹ ਧਿਆਨ ਚੰਦ ਡੋਗਰਾ, ਦੂਜੇ ਬੰਨੇ ਗੁਲਾਬ ਸਿੰਘ ਡੋਗਰਾ, ਆ 2 ਟੱਬਰ ਨੇ, ਕੈਪਟਨ ਤੇ ਬਾਦਲ। ਉਹ ਪੋਥੀ ਫੜ ਕੇ ਸਹੁੰ ਖਾ ਰਿਹਾ ਹੈ, ਇਹ ਪੋਥੀਆਂ ਰੋਲ ਰਿਹਾ ਹੈ ਔਰ ਦੋਵੇਂ ਹੀ ਇੱਕ ਦੂਜੇ ਦੇ ਨਾਲ
ਇਹ ਮਿਲ ਕੇ ਚੋਰ ਮਛੇਰੇ ਭਾਈ ਚੱਲ ਰਹੇ ਨੇ। ਅੱਜ ਵੀ ਕੈਪਟਨ ਸਰਕਾਰ ਜੇ ਇਹਨਾਂ ਦੀ ਜ਼ਮੀਰ ਹੁੰਦੀ, ਜੇ ਵਾਕਈ ਇਹ ਡੋਗਰੇ ਨਾ ਹੁੰਦੇ ਤੇ ਪੰਜਾਬ ਦੇ ਪਾਣੀ ਨਾ ਵੇਚਦੇ, ਪੰਜਾਬ ਦੀ ਪਹੁੰਚ ਨਾ ਖਰਾਬ ਕਰਦੇ, ਪੰਜਾਬ ਦੀ ਧਰਤੀ ਨੂੰ ਨਾ ਇਹ ਵੇਚਦੇ, ਪੰਜਾਬ ਦੇ ਕਿਸਾਨ, ਪੰਜਾਬ ਦੀ ਅਜ਼ਮਤ, ਪੰਜਾਬ ਦੀ ਸਨਅਤ, ਪੰਜਾਬ ਦੀ ਰਾਜਨੀਤੀ, ਪੰਜਾਬ ਦੀ ਧਾਰਮਿਕਤਾ, ਪੰਜਾਬ ਦੀ ਆਰਥਿਕਤਾ, ਪੰਜਾਬ ਦੀ ਸਮਾਜਿਕਤਾ, ਇਹਨਾਂ ਦੋਵਾਂ ਟੱਬਰਾਂ ਨੇ ਬਲੀ ਚਾੜੀ ਆ। ਇਹ ਸਿੱਖਾਂ ਦਾ ਰਾਜ ਨਹੀਂ ਆ, ਇਹ ਡੋਗਰਿਆਂ ਦਾ ਰਾਜ ਹੈ। ਤੇ ਡੋਗਰੇ ਜਿਹੜੇ ਨੇ ਅੱਜ ਸਿੱਖੀ ਸਰੂਪ 'ਚ ਲੋਕਾਂ ਨੂੰ ਧੋਖਾ ਦੇ ਰਹੇ ਨੇ, ਇਹ ਸਿੱਖ ਨਹੀਂ ਆ। ਤੁਸੀਂ ਉਹਨਾਂ ਨੂੰ ਡੋਗਰੇ ਕਹਿੰਦੇ ਹੋ, ਪਰ ਉਹਨਾਂ 'ਚੋਂ ਇੱਕ ਨੂੰ ਤਾਂ ਜਿਹੜਾ ਫਖਰੇ ਕੌਮ ਦਾ ਸਨਮਾਨ ਵੀ ਦਿੱਤਾ ਜਾਂਦਾ ਹੈ ਨਾ। ਤੇ ਫਿਰ ਇਹ ਜਿਹੜੇ ਜਥੇਦਾਰ ਨੇ ਦਿੱਤਾ ਹੈ ਉਹਨੂੰ ਵੀ ਬੁਲਾਓ। ਆ ਜਿਹੜਾ ਹੁਣ ਵਾਲਾ ਬੈਠਾ ਇਹਨਾਂ ਦੇ ਟੁਕੜਿਆਂ ਤੇ ਪਲਣ ਵਾਲਾ, ਇਹਨੂੰ ਵੀ ਪੁੱਛ ਲਿਓ ਵੀ ਫਿਰ ਸੌਦੇ ਸਾਧ ਨੂੰ ਵੀ ਦੇ ਦਿਓ ਫਕਰੇ ਕੌਮ, ਉਹਨੇ ਕਿੱਡਾ ਕੁ ਗੁਨਾਹ ਕਰਤਾ। ਫਿਰ ਉਹਨੂੰ ਵੀ ਦੇ ਦਿਓ ਭਨਿਆਰੇ ਵਾਲੇ ਨੂੰ ਵੀ, ਫਿਰ ਉਹਨੂੰ ਵੀ ਦੇ ਦਿਓ ਨੂਰ ਮਹਿਲੀਏ ਨੂੰ ਵੀ। ਜੇ ਹੋਰ ਵੀ ਇਹਨਾਂ ਨੂੰ ਕੋਈ ਦਿਸਦਾ ਪੰਜਾਬ ਦੇ ਵਿੱਚ ਇਦਾਂ ਦਾ ਡੇਰੇਦਾਰ, ਫਿਰ ਉਹਨਾਂ ਨੂੰ ਵੀ ਫਕਰੇ ਕੌਮ ਦੇ ਦਿਓ, ਕਿਉਂਕਿ ਉਹਨੇ ਗੁਨਾਹ ਉਹਨਾਂ ਨਹੀਂ ਕੀਤੇ ਜਿੰਨੇ ਬਾਦਲ ਟੱਬਰ ਨੇ ਕੀਤੇ ਹੋਏ ਆ। ਜਦੋਂ ਤਾਂ ਅਸੀਂ ਮਰਿਆਦਾ ਦੀ ਗੱਲ ਕਰਦੇ ਹਾਂ ਵਡਾਲਾ ਸਾਹਿਬ, ਮੈਨੂੰ ਪਤਾ ਕਿ ਜਿੰਨੇ ਕੁ ਤੁਸੀਂ ਦਿਆਨਤਦਾਰ ਹੋ ਗਏ, ਸਾਫ਼ ਗੋਈ ਨਾ ਜਿੱਦਾਂ ਗੱਲ ਕਰਦੇ ਹੋ ਤੁਸੀਂ, ਜੇ ਤੁਹਾਡੇ ਖਿਲਾਫ ਵੀ ਕੋਈ ਗੱਲ ਭੁਗਤਦੀ ਹੈ ਤਾਂ ਤੁਸੀਂ ਉਹਦੇ ਤੇ ਵੀ ਬੇਬਾਕ ਤਰੀਕੇ ਨਾਲ ਜਿਹੜੀ ਉਹ ਗੱਲ ਕਰਦੇ ਹੋ। ਜਦੋਂ ਤਾਂ ਅਸੀਂ ਮਰਿਆਦਾ ਦੀ ਗੱਲ ਕਰਦੇ ਤੇ ਫਿਰ ਲੱਗਦਾ ਕਿ ਹਾਂ, ਜਿੱਥੇ ਮਰਿਆਦਾ ਭੰਗ ਹੋਈ ਆ ਉਹਦੇ ਖਿਲਾਫ ਆਵਾਜ਼ ਵੀ ਉੱਠਣੀ ਚਾਹੀਦੀ ਆ, ਭੰਗ ਕਰਨ ਵਾਲਿਆਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ। ਪਰ ਬਲਦੇਵ ਸਿੰਘ ਵਡਾਲਾ ਹੋਰੀ ਕਿਤੇ ਨਾ ਕਿਤੇ ਜਿਹੜੀ ਆ ਉਹ ਧਾਰਮਿਕ ਸਿਆਸਤ ਦੇ ਵਿੱਚ ਵੀ ਖੜੇ ਹੁੰਦੇ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਉਤਾਰਦੇ ਆ। ਇੱਥੇ ਵੀ ਸਿਲਸਿਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੀ ਚੱਲਦਾ ਪਿਆ। ਕਿਤੇ ਇੰਜ ਤਾਂ ਨਹੀਂ ਕਿ ਤੁਹਾਡੀ ਇਸ ਆਵਾਜ਼ ਨੂੰ ਉਹ ਸਿਆਸੀ ਥਾਂ ਬਣਾਉਣ ਦੇ ਲਈ ਇੱਕ ਕੋਸ਼ਿਸ਼ ਮੰਨਿਆ ਜਾ ਰਿਹਾ, ਤਾਂ ਕਰਕੇ ਤੁਹਾਡੀ ਸੁਣਵਾਈ ਨਹੀਂ ਹੋ ਰਹੀ? ਉਹ ਸਿਆਸੀ ਤਾਂ ਮੰਨਦੇ ਨੇ ਕਿਉਂਕਿ ਇਹਨਾਂ ਲੋਕਾਂ ਨੇ ਧਰਮ ਤੇ ਰਾਜਨੀਤੀ ਦਾ ਇਕੱਠਾ ਸਿੱਕਾ ਖੇਡਿਆ ਹੋਇਆ ਵਾ। ਅਸੀਂ ਉਹਨੂੰ ਕੰਡੈਮ ਕਰਨਾ ਹੈ। ਧਰਮ, ਸਿੱਖ ਰਾਜਨੀਤੀ ਸੱਚ ਤੋਂ ਬਿਨਾਂ ਨਹੀਂ ਤੁਰਦੀ, ਇਹਨਾਂ ਦੀ ਗੰਦੀ ਰਾਜਨੀਤੀ ਝੂਠ ਤੋਂ ਬਿਨਾਂ ਨਹੀਂ ਤੁਰਦੀ। ਇਹ ਇਕੱਠੇ ਨਹੀਂ ਰਹਿ ਸਕਦੇ। ਸਾਡੇ ਤੋਂ ਡਰ ਨਹੀਂ ਲੱਗਦਾ ਇਹਨਾਂ ਨੂੰ ਡਰ ਇਸ ਗੱਲ ਤੋਂ ਲੱਗ ਰਿਹਾ ਹੈ ਵੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਨੀਤੀ ਦੀ ਸ਼ੁਰੂਆਤ ਕੀਤੀ ਸੀ, ਅੱਜ ਸਦੀਆਂ ਬਾਅਦ ਉਸ ਨੀਤੀ ਦਾ ਨਾਮ ਵਡਾਲਾ ਲੈ ਰਿਹਾ ਹੈ। ਇਸ ਗੱਲ ਤੋਂ ਡਰ ਲੱਗਦਾ ਹੈ ਕਿ ਜੇ ਸਿੱਖ ਨੀਤੀ ਤੋਂ ਪੰਜਾਬ ਦਾ ਬੱਚਾ ਜਾਣੂ ਹੋਇਆ, ਇਹਨਾਂ ਲੋਕਾਂ ਦਾ ਸਫਾਇਆ ਹੋ ਜੂ, ਉਹਨਾਂ ਨੂੰ ਜਾਂਚ ਆ ਜਾਊਗੀ ਵੀ ਅਸੀਂ ਉਮੀਦਵਾਰ ਲੱਭਣੇ ਨਹੀਂ, ਬਣ ਕੇ ਦੱਸਣਾ ਹੈ, ਇਨਸਾਫ ਮੰਗਣਾ ਨਹੀਂ, ਲੈ ਕੇ ਦੱਸਣਾ ਹੈ। ਇਹਨਾਂ ਹੁਣ ਤੱਕ ਸਾਨੂੰ ਕੁੱਟਿਆ ਲੁੱਟਿਆ ਤੇ ਮੁਆਵਜ਼ੇ ਦੇ ਕੇ ਲੋਕਾਂ ਨੂੰ ਆਪਣੇ ਨਾਲ ਤੋਰ ਲਿਆ। ਸਿੱਖ ਨੀਤੀ ਦੱਸਣਾ ਚਾਹੁੰਦੀ ਹੈ ਵੱਜੀਆਂ ਹੋਈਆਂ ਜੁੱਤੀਆਂ ਦੇ ਮੁਆਵਜ਼ੇ ਨਹੀਂ, ਇਨਸਾਫ ਲੈ ਜਾਂਦੇ ਨੇ। ਤੇ ਇਨਸਾਫ ਲੈਣ ਲਈ ਤੇ ਫਿਰ ਇਹੋ ਜਿਹੇ ਚਰਾਹਿਆਂ 'ਚ ਤੇ ਬੈਠਣਾ ਪੈਂਦਾ ਹੈ। ਅੱਜ ਧਿਆਨ ਚੰਦ ਡੋਗਰੇ ਫਿਰ ਕੁਰਸੀਆਂ ਤੇ ਆ ਤੇ ਜਿਹੜਾ ਗੁਰੂ ਦਾ ਪੰਥ ਹੈ ਉਹ ਅਜੇ ਚਰਾਹਿਆਂ ਵਿੱਚ ਖੜਾ ਹੈ। ਫਿਕਰ ਨਾ ਕਰੋ, ਘੋੜਿਆਂ ਦੀਆਂ ਕਾਠੀਆਂ ਵੀ ਆਈਆਂ, ਤਖਤ ਵੀ ਆਏ ਗਏ, ਫਿਰ ਆਉਣਗੇ। ਪਰ ਅਸੀਂ ਚੁਰਾਹਿਆਂ ਵਿੱਚ ਵੀ ਸੁਖਮਨੀ ਸਾਹਿਬ ਪੜ੍ਹਦੇ ਹਾਂ ਤੇ ਤਖਤਾਂ ਤੇ ਵੀ ਪੜ੍ਹਦੇ ਹਾਂ। ਇਹਨਾਂ ਨੂੰ ਰਾਤ ਨੂੰ ਦੱਬੇ ਪੈਂਦੇ ਹੋਣੇ ਆ, ਸਾਨੂੰ ਤਾਂ ਕੋਈ ਨਹੀਂ ਪੈਂਦਾ ਜੀ, ਇੱਥੇ ਸੁੱਤੇ ਹੁੰਨੇ ਆ। ਇੱਥੇ ਕੀ ਹੈ? ਅੱਛਾ, ਇੱਕ ਵਡਾਲਾ ਸਾਹਿਬ, ਮੈਂ ਐਡਾ ਦਿਆਨਤਦਾਰ ਨਹੀਂ ਹੈ, ਪਰ ਜਿੰਨੀ ਕੁ ਮੇਰੀ ਸੋਝੀ ਕੰਮ ਕਰਦੀ ਹੈ, ਮੈਨੂੰ ਲੱਗਦਾ ਕਿ ਇੱਕ ਸਿਆਸਤ ਹੁੰਦੀ ਹੈ, ਇੱਕ ਧਰਮ ਦੀ ਸਿਆਸਤ ਹੁੰਦੀ ਹੈ ਤੇ ਧਰਮ ਦੇ ਮਸਲੇ ਹੁੰਦੇ ਆ। ਧਰਮ ਦੀ ਸਿਆਸਤ ਧਰਮ ਦੇ ਮਸਲਿਆਂ ਨੂੰ ਸੁਲਝਾ ਸਕਦੀ ਹੈ, ਪਰ ਜਦੋਂ ਉਹ ਵਾਲੀ ਸਿਆਸਤ ਕੱਲੀ ਸਿਆਸਤ ਹੈ ਜਿਹਦੇ ਵਿੱਚ ਬਹੁਤ ਕੁਝ ਹੁੰਦਾ ਵਾਪਰਦਾ ਹੈ, ਅਸੀਂ ਦੇਖਦੇ ਹਾਂ ਪੈਰ ਤੇ ਲੀਡਰ ਬਦਲਦੇ ਵੀ ਦੇਖਦੇ, ਉਹਨਾਂ ਦੇ ਬਿਆਨ ਬਦਲਦੇ ਵੀ ਦੇਖਦੇ, ਪਰ ਧਰਮ ਦੀ ਸਿਆਸਤ ਦੇ ਵਿੱਚ ਇਹਦੀ ਇਜਾਜ਼ਤ ਨਹੀਂ ਹੁੰਦੀ। ਜਦੋਂ ਇਹ ਦੋਨੋਂ ਚੀਜ਼ਾਂ ਰਲਗੱਡ ਹੁੰਦੀਆਂ ਨੇ, ਸਿਆਸਤ ਤੇ ਧਰਮ ਦੀ ਸਿਆਸਤ, ਲੱਗਦਾ ਨਹੀਂ ਕਿ ਫਿਰ ਮਾਮਲੇ ਉਲਝ ਜਾਂਦੇ ਆ, ਚਾਹੇ ਉਹ ਧਾਰਮਿਕ ਹੋਣ ਤੇ ਚਾਹੇ ਸਿਆਸੀ ਹੋਣ? ਵੇਖੋ ਜੀ, ਜਦੋਂ ਦੁੱਧ 'ਚ ਕਾਂਜੀ ਪਾਓਗੇ ਉਹ ਤਾਂ ਵਿਗੜੇਗਾ, ਅੰਮ੍ਰਿਤ ਦੇ ਵਿੱਚ ਜ਼ਹਿਰ ਘੋਲੋਗੇ ਵਿਗੜੇਗਾ। ਇਹ ਕਹਿ ਲਓ ਕਿ ਇਹਨਾਂ ਦੀ ਸਿਆਸਤ ਨੇ ਅੱਜ ਅੰਮ੍ਰਿਤਮਈ ਦੁੱਧ ਰੂਪੀ ਧਰਮ ਦੇ ਭਾਂਡੇ 'ਚ ਕਾਂਜੀ ਪਾਈ ਆ, ਇਸ ਲਈ ਉਹ ਫਟਿਆ ਹੋਇਆ ਵਾ। ਅਸੀਂ ਉਹ ਕੱਢਣੀ ਆ, ਉਹਨੂੰ ਸਾਫ਼ ਕਰਨਾ ਹੈ। ਤੇ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਗੰਦੀ ਸਿਆਸਤ ਧਰਮ ਦੇ ਵਿੱਚ ਉਹ ਪ੍ਰਵੇਸ਼ ਕਰਦੀ, ਜਦੋਂ ਕਿਤੇ ਇਹ ਲੋਕ ਬੈਠੇ ਹੋਣ, ਮੇਰੇ ਵਰਗਾ ਜਾਂਦਾ ਹੈ, ਇਹਨਾਂ ਦੇ ਝੋਲੀ ਚੁੱਕ ਕਹਿਣਗੇ ਭਾਈ ਵਡਾਲਾ ਕੀਰਤਨ ਹੀ ਕਰੀ, ਰਾਜਨੀਤੀ ਦੀ ਗੱਲ ਨਾ ਕਰੀ।
ਤੇ ਮੈਂ ਵੀ ਪੁੱਛਣਾ ਚਾਹੁੰਦਾ ਮੈਂ ਵੀ ਜੇ ਮੈਨੂੰ ਰਾਜਨੀਤੀ ਦੀ ਗੱਲ ਕਰਨ ਦਾ ਅਧਿਕਾਰ ਨਹੀਂ, ਤੁਹਾਨੂੰ ਅਕਾਲ ਤਖਤ ਸਾਹਿਬ ਤੇ ਖਲੋ ਕੇ ਰਾਜਨੀਤੀ ਕਰਨ ਦਾ ਸਰਟੀਫਿਕੇਟ ਕਿਹਨੇ ਦਿੱਤਾ ਹੋਇਆ ਆ? ਇਹ ਅਸੀਂ ਪੁੱਛਣ ਲਈ ਖੜੇ ਆ ਤੇ ਪੁੱਛਾਂਗੇ। ਸਿੱਖ ਧਰਮ ਦੇ ਵਿੱਚ ਤਾਂ ਧਰਮ ਤੇ ਸਿਆਸਤ ਦੋਨੋਂ ਚੀਜ਼ਾਂ ਪੈਰਲਲ ਚੱਲਦੀਆਂ, ਉਹ ਗੱਲ ਤੁਸੀਂ ਵੀ ਸਮਝਦੇ ਹੋ, ਹਰ ਆਮੋ ਖਾਸ ਪੰਜਾਬ ਦਾ ਬੰਦਾ ਸਮਝਦਾ ਹੈ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਧਰਮ 2 ਕਦਮ ਅੱਗੇ ਚੱਲਦਾ, ਸਿਆਸਤ 2 ਕਦਮ ਪਿੱਛੇ ਚੱਲਦੀ ਹੈ, ਉਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਆ। ਜੇ ਜਾਣ ਬੁੱਝ ਕੇ ਪਾਬੰਦੀਆਂ ਭਾਈ ਵਡਾਲਾ ਦੇ ਉੱਤੇ ਗੱਲ ਕਰਨ ਲਈ ਵੱਖਰੇ ਤਰੀਕੇ ਦੀਆਂ ਤੇ ਉਹਨਾਂ ਦੇ ਆਪਣੇ ਉੱਤੇ ਲਾਗੂ ਵੱਖਰੇ ਤਰੀਕੇ ਨਾਲ ਹੁੰਦੀਆਂ। ਨਹੀਂ, ਮੈਂ ਤੇ ਕਹਿੰਦਾ ਮੇਰੇ ਤੇ ਲਾਗੂ ਕਰੋ, ਵਧੀਆ ਗੱਲ ਆ। ਮੈਂ ਜਦੋਂ ਰਾਜਨੀਤੀ ਦੀ ਗੱਲ ਹੀ ਨਹੀਂ ਕਰ ਰਿਹਾ, ਨਾ ਮੈਂ ਐਮਐਲਏ ਖੜਾ ਹੈ, ਨਾ ਮੈਂ ਐਮਪੀ ਖੜਾ ਹੈ, ਨਾ ਮੈਂ ਕੋਈ ਐਮਸੀ ਖੜਾ ਹੈ, ਨਾ ਕੋਈ ਮੈਂ ਸੀਐਮ ਖੜਾ ਹੈ, ਨਾ ਕੋਈ ਸਰਪੰਚ ਖੜਾ ਹੈ, ਜਦੋਂ ਮੈਂ ਰਾਜਨੀਤੀ 'ਚ ਜਾ ਹੀ ਨਹੀਂ ਰਿਹਾ ਤੇ ਤੁਸੀਂ ਸਿੱਖ ਨੀਤੀ 'ਚ ਕੀ ਕਰਦੇ ਹੋ? ਔਰ ਆ ਜਿਹੜੀ ਗੱਲ ਆਪ ਜੀਆਂ ਨੇ ਕਹੀ ਆ ਧਰਮ ਤੇ ਰਾਜਨੀਤੀ ਸਿੱਖਾਂ ਦੇ ਵਿੱਚ, ਜਦੋਂ ਹਿੰਦੂ ਵੀਰਾਂ 'ਚ ਧਰਮ ਰਾਜਨੀਤੀ ਇਕੱਠੀ ਨਹੀਂ, ਈਸਾਈਆਂ ਵਿੱਚ ਮੈਂ ਕਦੇ ਨਹੀਂ ਸੁਣਿਆ, ਮੁਸਲਮਾਨਾਂ ਵਿੱਚ ਕਦੇ ਨਹੀਂ ਸੁਣਿਆ, ਇਹ ਸਿੱਖਾਂ ਵਿੱਚ ਧਰਮ ਰਾਜਨੀਤੀ ਇਕੱਠੀ ਕਿਹਨੇ ਕਰ ਦਿੱਤੀ? ਇਹ ਵਿਦ ਪਲੈਨਡ ਕੀਤੀ ਗਈ ਆ। ਸਿੱਖਾਂ ਦੇ ਵਿੱਚ ਸਿੱਖ ਨੀਤੀ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਨੇ ਜਿਹੜੀ ਕੀਤੀ ਆ, ਔਰ ਰਾਜਨੀਤੀ ਤਾਂ ਸਿੱਖ ਦੇ ਪੈਰ ਦੀ ਜੁੱਤੀ ਵਰਗੀ ਵੀ ਨਹੀਂ। ਸਿੱਖ ਨੀਤੀ ਉਹ ਮਾਂ ਹੈ ਜਿਹੜੀ ਰਾਜਨੀਤੀ ਦੇ ਹਜ਼ਾਰਾਂ ਅਲੰਬਰਦਾਰ ਜੰਮ ਕੇ ਦੋ ਲੋਕਾਂ ਨੂੰ ਦੇ ਸਕਦੇ ਆ, ਪਰ ਰਾਜਨੀਤੀ 'ਚੋਂ ਹਿੰਮਤ ਨਹੀਂ ਇਹ ਮਾਂ ਨੂੰ ਜੰਮ ਲੈਣ, ਕਿਉਂਕਿ ਪੁੱਤ ਜਿਹੜਾ ਨਾ ਉਹ ਮਾਂ ਨਹੀਂ ਜੰਮ ਸਕਦਾ, ਮਾਂ ਪੁੱਤ ਜੰਮ ਸਕਦੀ ਹੈ। ਇਹ ਸਿੱਖ ਨੀਤੀ ਹੈ, ਗੁਰੂ ਨਾਨਕ ਦੇ ਘਰ 'ਚ ਰਾਜਨੀਤੀ ਹੈ ਨਹੀਂ ਆ, ਔਰ ਇਹ ਅਸੀਂ ਕੱਢ ਕੇ ਛੱਡਾਂਗੇ। ਸਿੱਖ ਨੀਤੀ ਜਿੱਦਣ ਬਹਾਲ ਹੋਊ ਉਦਣ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਹੁਣ ਤਾਂ ਕਹਿੰਦੇ ਨੇ ਅਸੀਂ ਤਾਂ ਬਾਦਲ ਦੇ ਸਿੱਖ ਹਾਂ, ਆ ਵੀ ਜਿਹੜੇ ਅੱਜ ਉੱਥੇ ਵੱਡੇ ਵੱਡੇ ਤੁਰੇ ਫਿਰਦੇ ਨੇ ਆਪਣੇ ਆਪ ਨੂੰ ਜਥੇਦਾਰ ਕਹਿਣ ਵਾਲੇ, ਇਹਨਾਂ ਨੂੰ ਪੁੱਛ ਲਓ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਹੋ ਕਿ ਬਾਦਲਾਂ ਦੇ ਹੋ? ਇਹਨਾਂ ਨੂੰ ਤੇ ਉਨਾ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਹੈ ਨਹੀਂ ਜਿੰਨਾ ਇਹਨਾਂ ਨੂੰ ਉਸ ਟੱਬਰ ਤੇ ਹੈ। ਇਸ ਲਈ ਸਿੱਖ ਨੀਤੀ ਦਾ ਮੁਦਈ ਆ, ਕਿਉਂਕਿ ਗੁਰੂ ਨਾਨਕ ਨੇ ਸਿੱਖ ਨੀਤੀ ਲਿਆਂਦੀ ਹੈ ਜਿਹੜੀ ਸਮੇਂ ਦੇ ਬਾਬਰ ਨੂੰ ਜਾਬਰ ਕਹਿ ਕੇ ਇਨਸਾਫ ਕਰਵਾ ਸਕੇ। ਸਿੱਖ ਨੀਤੀ ਗੁਰੂ ਨਾਨਕ ਦੀ ਹੈ ਜਿਨਨੇ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਨਾ ਹਮ ਹਿੰਦੂ ਨਾ ਮੁਸਲਮਾਨ, ਕੁਆਂਟਿਟੀ ਵਿੱਚ ਕੁਆਲਿਟੀ ਬਣ ਕੇ ਦੱਸਿਆ ਵੀ ਮੈਂ ਧੜੇਬਾਜ਼ੀ 'ਚ ਨਹੀਂ ਆ, ਚੰਗੇ ਹੋ ਦੋਵਾਂ ਨਾਲ ਤੁਰਾਂਗਾ, ਵੰਡ ਪਾਉਂਦੇ ਹੋ ਦੋਵੇਂ ਮੇਰੀ ਨਜ਼ਰ 'ਚ ਤੁਸੀਂ ਰਿਜੈਕਟ ਹੋ, ਮੈਂ ਕਿਸੇ ਨਾਲ ਵੀ ਸਹਿਮਤ ਨਹੀਂ। ਫਿਰ ਆਰਥਿਕਤਾ ਦੀ ਸਿੱਖ ਨੀਤੀ, ਇਹ ਲੋਕਾਂ ਨੇ ਪੰਜਾਬ ਦੇ ਪਾਣੀ ਵੇਚਤੇ, ਜਵਾਨੀ ਵੇਚਤੀ, ਪੌਣ ਵੇਚਤੀ, ਧਰਤੀ ਵੇਚਤੀ, ਗੁਰਦੁਆਰੇ ਵੇਚਤੇ, ਜ਼ਮੀਨਾਂ ਖਾ ਗਿਆ ਗੁਰਦੁਆਰਿਆਂ ਦੀਆਂ। ਗੁਰੂ ਨਾਨਕ ਦੀ ਸਿੱਖ ਨੀਤੀ ਤਾਂ ਘਰੋਂ ਵੰਡ ਕੇ ਖਾਣ ਦੀ ਗੱਲ ਕਰਦੀ ਹੈ, ਇਹ ਖੋਹ ਕੇ ਆ ਲੋਕਡਾਊਨ ਲੱਗਿਆ, ਆ ਬਾਦਲਾਂ ਦਾ ਹੀ ਮੈਨੇਜਰ 12 ਲੱਖ ਦੀਆਂ ਸਬਜ਼ੀਆਂ ਖਾ ਗਿਆ ਜੀ, ਇੱਕ ਉੱਥੇ ਕਣਕ ਵੇਚ ਗਿਆ, ਉੱਥੇ ਸੁਖਚੈਣੇ ਆਣਾ ਸਭ ਗੁਰਦੁਆਰੇ ਦਾ, ਇੱਕ ਮੁਕਤਸਰ ਸਾਹਿਬ ਵਾਲੇ ਪਾਸੇ 1 ਲੱਖ ਦਾ ਦੁੱਧ ਪੀ ਗਿਆ, ਉਧਰ ਸਿਰਸਾ ਇਹਨਾਂ ਦੀ ਜਿਹੜਾ ਝੋਲੀ ਚੁੱਕ ਸੀ ਉਹ ਆਟਾ ਵੇਚ ਗਿਆ। ਲੋਕਡਾਊਨ ਦੇ ਵਿੱਚ ਇਹ ਕੁਛ ਕਰ ਰਹੇ ਨੇ, ਅੱਗੋਂ ਪਿੱਛੋਂ ਇਹ ਲੋਕ ਕੀ ਕਰਦੇ ਹੋਣਗੇ? ਸਿੱਖ ਨੀਤੀ ਵੰਡ ਕੇ ਨਿਸ਼ਾਵਰਤਾ ਦੇ ਕੇ ਖੁਸ਼ ਹੁੰਦੀ ਹੈ, ਇਹ ਲੋਕਾਂ ਦੀ ਰਾਜਨੀਤੀ ਖੋਹ ਕੇ ਖੁਸ਼ ਹੁੰਦੀ ਹੈ, ਇਕੱਠੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹ ਸਾਨੂੰ ਸਾਰੀਆਂ ਚੀਜ਼ਾਂ ਸਮਝਾਈਆਂ, ਆਰਥਿਕਤਾ, ਸਮਾਜਿਕਤਾ, ਧਾਰਮਿਕਤਾ, ਇਹ ਸਿੱਖ ਨੀਤੀ ਦੇ ਵਿੱਚ ਬਾਬਰ ਨੂੰ ਉਜਾਬਰ ਕਹਿਣ ਵਾਲੀ ਗੱਲ, ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ, ਮਜ਼ਲੂਮ ਲਈ ਪਹਿਰੇਦਾਰ, ਜਿਹੜੀ ਅੱਜ ਬੰਦੀ ਛੋੜ ਬਣ ਕੇ ਤੇ 52 ਕਲੀਆਂ ਦਾ ਚੋਲਾ ਪਾ ਕੇ, ਉਹ ਪਤਾ ਨਹੀਂ ਕਿਹੜਾ ਕੌਣ ਸੀ, ਕਹਿੰਦੇ ਮੇਰਾ ਚੋਲਾ ਫੜ ਕੇ ਸਾਰੇ ਬਾਹਰ ਜਾਣਗੇ। ਇਹ ਸਿੱਖ ਨੀਤੀ ਹੈ, ਔਰ ਇਹ ਤੇ ਬਿਨਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਸ ਬਣਦਾ ਹੈ, ਅਪਰਾਧੀ ਹੈ, ਔਰ ਉਸ ਅਪਰਾਧ ਨੂੰ ਧਾਰਮਿਕ ਕਹਿ ਕੇ ਮਿੱਟੀ ਪਾ ਰਹੇ ਨੇ। ਤੇ ਜਿਹੜੇ ਪੰਜਾਬ ਦੇ ਬੱਚੇ ਗੁੰਮਰਾਹ ਹੋ ਗਏ ਜਾਂ ਇਮੋਸ਼ਨਲ ਹੋ ਗਏ, ਉਹ ਕਿਸੇ ਕੰਧ ਤੇ ਖਾਲਿਸਤਾਨ ਲਿਖ ਦੇਣ, ਧੱਕੇ ਨਾਲ ਉਹਨਾਂ ਤੇ ਕੇਸ ਬਣਾ ਕੇ ਉਹਨਾਂ ਨੂੰ ਅੰਦਰ ਦਿੱਤੇ ਨੇ। ਹੁਣ ਤੱਕ ਜਿਹੜੇ ਸਿੱਖਾਂ ਦੇ ਕਾਤਲ ਸੀ ਬਾਦਲਾਂ ਦੇ ਯਾਰ ਨੇ, ਸਮੇਧ ਸੈਣੀ ਵਰਗੇ, ਉਦੋਂ ਆਲਮ ਇਜ਼ਹਾਰ ਵਰਗੇ, ਉਹ KPS ਗਿੱਲ ਵਰਗੇ, ਬੁੱਚੜ, ਹੋਰ ਕਈ ਸੀਗੇ ਜਿਹੜੇ ਸਿੱਖਾਂ ਨੂੰ ਮਾਰਦੇ ਰਹੇ, ਉਹ ਬਾਦਲ ਟੱਬਰ ਦੇ ਯਾਰ ਆ। ਇਹ ਰਾਜਨੀਤੀ ਆ। ਜਿਹੜੀ ਸਿੱਖ ਨੀਤੀ ਆ ਉਹ ਤੇ ਦੁਸ਼ਮਣ ਵਿੱਚੋਂ ਵੀ ਮਿੱਤਰ ਵੇਖ ਲੈਂਦਾ।
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਜ਼ਿਕਰ ਕਰਦੇ ਹੋ, ਉਹਦਾ ਇਤਿਹਾਸ ਬਹੁਤ ਸੁਨਹਿਰੀ ਹੈ। ਬਹੁਤ ਕੁਝ ਪੰਜਾਬ ਦੇ ਲਈ ਉਹਨਾਂ ਨੇ ਲੜਾਈਆਂ ਲੜੀਆਂ ਆ, ਸਿੱਖ ਕੌਮ ਦੇ ਲਈ ਲੜਾਈਆਂ ਲੜੀਆਂ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਅੱਜ ਜਾਣ ਕੇ ਉਹਦਾ ਸਰੂਪ ਕੀ ਹੁੰਦਾ ਆ ਉਹ ਗੱਲ ਵੱਖਰੀ ਆ, ਉਹ ਸਾਰੇ ਜਣੇ ਜਾਣਦੇ ਆ। ਪਰ ਜਦੋਂ ਤੁਸੀਂ ਰਾਜਨੀਤੀ ਤੇ ਸਿੱਖ ਨੀਤੀ ਦੀ ਗੱਲ ਕਰਦੇ ਆ, ਘੱਟੋ ਘੱਟ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ, ਬਾਕੀ ਤਖਤ ਸਾਹਿਬਾਨ ਦੇ ਸਿੰਘ ਸਾਹਿਬ ਤੋਂ ਇਸ ਗੱਲ ਦੀ ਉਮੀਦ ਰੱਖ ਸਕਦੇ ਕਿ ਉਹ ਸਿੱਖ ਨੀਤੀ ਦੇ ਤਹਿਤ ਹੀ ਗੱਲ ਕਰਨਗੇ, ਕੰਮ ਕਰਨਗੇ, ਉਹਨਾਂ ਦੀ ਕਿਰਤ ਜਿਹੜੀ ਆ ਉਹ ਨਜ਼ਰ ਆਏਗੀ। ਪਰ ਕੀ ਕਾਰਨ ਹੈ ਕਿ ਇਹ ਸਿੱਖ ਨੀਤੀ ਜਿਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਸੰਸਥਾਵਾਂ ਤੋਂ, ਉੱਥੋਂ ਵੀ ਕਿਤੇ ਚਾਹੇ ਬੇਅਦਬੀ ਦੇ ਮਾਮਲਿਆਂ ਦੀ ਗੱਲ ਕਰ ਲਈਏ, ਚਾਹੇ ਗੋਲੀकांड ਦੀ ਗੱਲ ਕਰ ਲਈਏ, ਚਾਹੇ ਹੁਣ 328 ਪਾਵਨ ਸਰੂਪ ਜਿਹੜੇ ਗਾਇਬ ਹੋਇਆ ਉਹਨਾਂ ਦੀ ਗੱਲ ਕਰ ਲਈਏ, ਉਹ ਸਿੱਖ ਨੀਤੀ ਦੇ ਵਿੱਚੋਂ ਕੁਝ ਇਹਨਾਂ ਦੇ ਪਾਸੇ ਹੁੰਦਾ, ਕੁਝ ਕਿਹਾ ਗਿਆ, ਕਿਤੇ ਨਿੰਦਿਆ, ਕਿਤੇ ਵਿਰੋਧ, ਇਦਾਂ ਦਾ ਕੁਝ ਵੀ ਨਜ਼ਰ ਨਹੀਂ ਆਇਆ। ਇਹ ਕਿਉਂ ਕਰਨਗੇ ਜੀ? ਇਹਨਾਂ ਦੇ ਚਿਹਰੇ ਧਾਰਮਿਕ ਨੇ, ਇਹ ਸਿਆਸੀ ਰਾਜਨੀਤੀ ਦੇ ਵਿੰਗ ਨੇ, ਧਾਰਮਿਕ ਨਹੀਂ ਆ। ਧਾਰਮਿਕ ਤਾਂ ਜਿੱਦਣ ਬਹਾਲ ਹੋਊਗੀ ਨਾ ਉਦਣ ਸਿੱਖ ਨੀਤੀ ਦੀ ਗੱਲ ਹੀ ਤੁਰੂਗੀ, ਰਾਜਨੀਤੀ ਦੀ ਨਹੀਂ। ਜੇ ਕਿਤੇ ਅਕਾਲੀ ਫੂਲਾ ਸਿੰਘ ਵਰਗੇ ਅੱਜ ਸਾਡੇ ਜਥੇਦਾਰ ਕੌਮ ਕੋਲੇ ਹੁੰਦੇ ਤੇ ਸਾਨੂੰ ਧਰਨੇ ਲਾਉਣ ਦੀ ਕੀ ਲੋੜ ਸੀਗੀ, ਬੈਠਣ ਦੀ ਕੀ ਲੋੜ ਸੀਗੀ ਬਾਹਰ ਚੌਂਕਾਂ 'ਚ? ਉਹਨਾਂ ਦੇ ਪਾ ਕੇ ਰੱਸੀ ਹੁਣ ਨੂੰ ਉੱਥੇ ਬੰਨ੍ਹਿਆ ਹੋਣਾ ਸੀਗਾ। ਪਰ ਉਹ ਕਹਿੰਦੇ ਨੇ ਵੀ ਜੇ ਤੁਸੀਂ ਗਲਤੀ ਕਰੋਗੇ ਤੇ ਬਾਦਲ ਕੋੜਮਾ ਝਾੜੂ ਮਾਰ ਕੇ ਛੁੱਟ ਜੂ, ਮੈਂ ਕਰੂੰਗਾ ਤੇ ਸੌਦੇ ਸਾਧ ਵਾਲੀ ਜੇਲ੍ਹ 'ਚ ਤੁਹਾਨੂੰ ਬੰਦ ਕਰ ਦਿਆਂਗੇ। ਫਿਰ ਇਹ ਇਹਨਾਂ ਦੇ ਵਖਰੇਵੇਂ ਨੇ। ਇਹ ਰਾਜਨੀਤੀ ਹੈ, ਇਹ ਸਿੱਖ ਨੀਤੀ ਨਹੀਂ ਆ। ਔਰ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਆ ਜਿਹੜੇ ਇਹਨਾਂ ਦੇ ਜਹੇਦਾਰ ਬਣਾਏ ਹੋਏ ਨੇ, ਜੇ ਸਾਨੂੰ ਚਰਾਹੇ 'ਚ ਖਲੋ ਕੇ ਸੱਚ ਬੋਲਣ ਦਾ ਹੱਕ ਨਹੀਂ, ਇਹਨਾਂ ਨੂੰ ਤਖਤਾਂ ਤੇ ਬਹਿ ਕੇ ਝੂਠ ਬੋਲਣ ਦਾ ਸਰਟੀਫਿਕੇਟ ਸਿੱਖ ਨੀਤੀ ਨੇ ਨਹੀਂ ਦਿੱਤਾ, ਬਾਦਲਾਂ ਦੀ ਰਾਜਨੀਤੀ ਨੇ ਦਿੱਤਾ ਹੋਇਆ ਵਾ। ਇਸ ਲਈ ਇਹ ਰਾਜਨੀਤਿਕ ਨੇ, ਇਹ ਸਿਆਸੀ ਨੇ, ਇਹ ਧਾਰਮਿਕ ਨਹੀਂ ਆ। ਇਹੀ ਭੁਲੇਖਾ ਅਸੀਂ ਕੱਢਣਾ ਆ ਵੀ ਸਿੱਖੋ, ਸਿੱਖ ਨੀਤੀ ਨੂੰ ਪਛਾਣੋ, ਇਹ ਸਾਡਾ ਮੂਲ ਹੈ। ਤੇ ਸਿੱਖ ਨੀਤੀ ਦਾ ਫਿਰ ਜਦੋਂ ਬਾਦਸ਼ਾਹ ਵੀ ਕਿਧਰੇ ਬਣ ਜਾਂਦਾ ਹੈ ਨਾ, ਉਹ ਜੱਸਾ ਸਿੰਘ ਆਹਲੂਵਾਲੀਆ ਹੁੰਦਾ ਹੈ। ਉਹ ਆਲਮ ਸ਼ਾਹ ਨੂੰ ਵੀ ਕਹਿੰਦਾ ਸੀ ਆ ਲਾਲ ਕਿਲ੍ਹਾ ਰੱਖ ਲਾ, ਮੈਂ ਕੀ ਕਰਨਾ, ਮੈਂ ਤੇ ਗੁਰਦੁਆਰੇ ਬਣਾਉਣਾ ਆ ਦਿੱਲੀ 'ਚ। ਉਹ ਸਾਰੇ ਗੁਰੂ ਘਰ ਬਣਾਏ, ਉਹਨੂੰ ਅਕਲ ਹੀ ਦਿੱਤੀ ਸੀ ਵੀ ਅਸੀਂ ਤੈਨੂੰ ਅਕਲ ਹੀ ਦੇਣ ਆਏ ਆ, ਤੇਰਾ ਰਾਜ ਰੋਜ਼ ਨਹੀਂ ਖੋਣਾ ਹੈ, ਕਰ ਲਾ ਰਾਜ ਤੂੰ ਜਿਹੜਾ ਕਰਨਾ। ਇਸ ਲਈ ਸਿੱਖਾਂ ਦੀ ਜਿਹੜੀ ਸਿੱਖ ਨੀਤੀ ਸੀ ਉਹ ਤੇ ਬਹਾਦਰ ਸ਼ਾਹ ਵਰਗਿਆਂ ਨੂੰ ਰਾਜ ਦਿੰਦੀ ਹੈ। ਇਹ ਸਿਆਸੀ ਲੋਕ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਆ। ਸਾਡੇ ਪੁਰਾਤਨ ਅਕਾਲੀਆਂ ਨੇ ਮੱਲਾਂ ਮਾਰੀਆਂ ਨੇ, ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ, ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਵਿਪਦਾ ਨੂੰ ਮੰਨੇ ਖੁਸ਼ਹਾਲੀ ਹੈ, ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ, ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ, ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ, ਸਿੰਘ ਦਸ਼ਮੇਸ਼ ਕਾ ਸੋ ਕਹੀ ਹੈ ਅਕਾਲੀ ਹੈ। ਉਹ ਅਸੀਂ ਆ, ਉਹ ਸਾਡਾ ਗੁਰੂ ਆ, ਉਹ ਸਾਡੇ ਅਕਾਲੀ ਫੂਲਾ ਸਿੰਘ ਨੇ। ਇਹ ਪਤਾ ਕੌਣ ਨੇ? ਸ਼੍ਰੋਮਣੀ ਹਮਾਰੀ ਰਹੇ, ਸੇਵਾ ਚੰਦਾ ਜਾਰੀ ਰਹੇ, ਸੰਗ ਨਾਲ ਜਾਰੀ ਰਹੇ, ਥੱਲੇ ਆਰੀਆ ਸਮਾਜ ਕੇ, ਪੰਥ ਕੀ ਨਾ ਬਾਤ ਚਲੇ, ਲੂਟ ਦੋਨੋਂ ਹਾਥ ਚਲੇ, ਸੰਗ ਸਾਜ ਬਾਜ ਕੇ। ਇਹ ਉਹ ਕਾਲੀ ਨੇ, ਅਕਾਲੀ ਕਾਲੀ, ਇਹ ਕਾਲੀ ਦਾ ਦਾਲਾ। ਇਹ ਤਾਂ ਸਿੱਖ ਵੀ ਹੈ ਨਹੀਂ ਜੀ, ਤੁਸੀਂ ਇਹਨਾਂ ਨੂੰ ਬੰਨੀ ਜਾਂਦੇ ਹੋ ਜਹੇਦਾਰ, ਤੇ ਸਿੱਖ ਵੀ ਹੈ ਨਹੀਂ ਹੈ। ਜਿਹੜੀ ਰਹਿਤ ਮਰਜ਼ਾਦਾ ਅਕਾਲ ਤਖਤ ਦੀ ਇਹ ਕਹਿ ਰਹੇ ਆ ਵੀ ਆਹ ਸਿੱਖਾਂ ਦੀ ਰਹਿਤ ਮਰਜ਼ਾਦਾ, ਕਿ ਉਹਦੇ ਮੁਤਾਬਕ ਜਿਹੜੇ ਅਮਲੀ ਬਣੇ ਫਿਰਦੇ ਜਥੇਦਾਰ, ਕੀ ਇਹ ਸਿੱਖ ਹੈਗੇ ਨੇ? ਉਹਦੇ ਮੁਤਾਬਕ ਤਾਂ ਇਹ ਸਿੱਖ ਹੀ ਹੈ ਨਹੀਂ ਆ। ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਇਹ ਸਿੱਖ ਤੱਤ ਬੇਤਾ ਨੇ, ਫਲਾਣੇ ਨੇ, ਝੂਠ ਬੋਲ ਰਹੇ ਨੇ ਤੇ ਉਹਨਾਂ ਨੂੰ ਸਰੋਪੇ ਪਾ ਰਹੇ ਨੇ ਦਰਬਾਰ ਸਾਹਿਬ 'ਚ। ਪਰ ਮੈਂ ਕਹਿੰਦਾ ਉਹ ਵੀ ਇੱਕ ਬਲਵੀਰ ਸਿੰਘ ਅਰਦਾਸੀਆ ਬਣ ਕੇ ਵੀ ਆਇਆ ਸੀਗਾ, ਉਹ ਕਹਿੰਦਾ ਵੀ ਮੈਂ ਨਹੀਂ ਦਿੰਦਾ ਉਹੋ ਜਿਹਾ ਡੋਗਰਿਆਂ ਨੂੰ ਸਰੋਪੇ, ਗੁਰੂ ਘਰ ਦੇ ਦੋਖੀਆਂ ਨੂੰ। ਇਸ ਲਈ ਸਿੱਖ ਨੀਤੀ ਇੱਕ ਨਵੇਕਲੀ ਉਹ ਦਾਤ ਹੈ ਗੁਰੂ ਦੀ, ਜਿਹਦੇ ਵਿੱਚ ਸਰਬੱਤ ਦਾ ਭਲਾ ਤੇ ਮਾਨਸ ਕੀ ਜਾਤ, ਵੰਡ ਛਕਣ ਦੀ ਗੱਲ, ਕਿਰਤ ਕਰਨ ਦੀ ਗੱਲ, ਉਹ ਅਸੀਂ ਉਹਦੀ ਬਹਾਲੀ ਲਈ ਤੁਰੇ ਹੋਏ ਆ, ਨਾ ਕਿ ਸਿਆਸਤ ਲਈ। ਹਰ ਸਿੱਖ ਸਵੇਰੇ ਸ਼ਾਮ ਗੁਰਬਾਣੀ ਦਾ ਜਾਪ ਕਰਦਾ ਆ, ਸ਼ਬਦ ਦੇ ਨਾਲ ਜੁੜਿਆ ਮਹਿਸੂਸ ਕਰਦਾ, ਆਪਣੇ ਆਪ ਨੂੰ ਗੁਰੂ ਤੋਂ ਸੇਧ ਲੈਂਦਾ ਆ।
ਕੀ ਕਾਰਨ ਹੈ ਕਿ ਇਹ ਸਾਰਾ ਕੁਝ ਤੁਹਾਡੇ ਕਹਿਣ ਦੇ ਮੁਤਾਬਕ ਜੋ ਕੁਝ ਹੋ ਰਿਹਾ ਇਸ ਸਮੇਂ ਗਲਤ ਹੋ ਰਿਹਾ, ਜੋ ਕੁਝ ਕੀਤਾ ਜਾ ਰਿਹਾ ਸਿੱਖ ਨੀਤੀ ਦੇ ਤਹਿਤ ਨਹੀਂ ਹੋ ਰਿਹਾ? ਕੀ ਕਾਰਨ ਹੈ ਕਿ ਇੱਕ ਆਮ ਸਿੱਖ ਪੰਜਾਬ ਦਾ ਜਿਹੜਾ ਆ ਉਹ ਇਸ ਤੁਹਾਡੇ ਹੋਕੇ ਦੇ ਵਿੱਚ ਆਵਾਜ਼ ਮਿਲਾਉਂਦਾ ਚੰਗੇ ਤਰੀਕੇ ਨਾਲ ਨਜ਼ਰ ਨਹੀਂ ਆ ਰਿਹਾ? ਤੇ ਜਿਹੜੇ ਆਵਾਜ਼ ਚੁੱਕਣ ਵਾਲੇ ਆ ਕਦੀ ਕਦੀ ਉਹ ਵੀ ਲੱਗਦਾ ਕਿ ਆਪੋ ਆਪਣੀ ਪਲੇਟਫਾਰਮ ਜਿਹੜੇ ਆ ਆਪੋ ਆਪਣੇ ਮੋਰਚਿਆਂ ਤੇ ਵੱਖਰੇ ਵੱਖਰੇ ਲੜਦੇ ਨਜ਼ਰ ਆਉਂਦੇ ਆ, ਇੱਕਜੁੱਟ ਨਹੀਂ ਹੁੰਦੇ। ਕਿਉਂਕਿ ਸਿੱਖ ਨੀਤੀ ਦੀ ਜੇ ਗੱਲ ਕਰਨੀ ਆ ਫਿਰ ਤਾਂ ਇੱਕਜੁੱਟ ਹੋ ਕੇ ਮਸਲੇ ਉਹੀ ਹੈ, ਮੰਗਾਂ ਉਹੀ ਹੈ, ਜਗ੍ਹਾ ਉਹੀ ਹੈ, ਲੋਕ ਉਹੀ ਹੈ ਜਿਨ੍ਹਾਂ ਦੇ ਕੋਲ ਤੁਸੀਂ ਮੰਗ ਕਰਨੀ, ਫਿਰ ਇਕੱਠੇ ਹੋ ਕੇ ਕਾਹਤੋਂ ਨਹੀਂ ਇਹ ਲੜਾਈ ਲੜੀ ਜਾਂਦੀ? ਵੱਖਰੀਆਂ ਵੱਖਰੀਆਂ ਥਾਵਾਂ ਕਿਉਂ ਅਪਣਾਈਆਂ ਜਾਂਦੀਆਂ? ਉਹਦੇ 'ਚ ਇਹ ਗੱਲ ਹੈ ਜੀ, ਪਹਿਲੀ ਗੱਲ ਤਾਂ ਜਿਹੜਾ ਸਿੱਖਾਂ ਦਾ ਇਹ ਗੁਰਦੁਆਰਾ ਸਿਸਟਮ ਸੀ, ਅਸੀਂ ਸਿਲੈਕਸ਼ਨ ਵਾਲੇ ਲੋਕ ਸਾਂ ਜੀ, ਇਲੈਕਸ਼ਨ 'ਚ ਫਸਾਏ ਗਏ। ਪਹਿਲੀ ਗੱਲ ਇਹ ਹੋਈ। ਦੂਜੀ ਗਲਤ ਇਹ ਹੋਈ, ਸਿਲੈਕਸ਼ਨ ਵਾਲੇ ਲੋਕ ਇਲੈਕਸ਼ਨ 'ਚ ਫਸ ਗਏ, ਇਲੈਕਸ਼ਨ ਲੜਨੀ ਛੱਡ ਦਿੱਤੀ। ਕਿਹਦੀ? ਗੁਰਦੁਆਰੇ ਦੀ। ਨੰਬਰ 3, ਜਿਹੜੇ ਅੱਜ ਲੋਕ ਗੁਰਦੁਆਰੇ ਦੀ ਇਲੈਕਸ਼ਨ ਲੜ ਰਹੇ ਨੇ ਬਾਹਰੋਂ ਧਾਰਮਿਕ ਨੇ, ਪਿੱਛੇ ਉਹਨਾਂ ਦਾ ਆਕਾ ਸਿਆਸੀ ਬੈਠਾ ਹੋਇਆ ਹੈ, ਜਿਹਦੇ ਕਰਕੇ ਕੁਝ ਹੋਇਆ ਤੇ ਹੋ ਰਿਹਾ ਹੈ। ਅਸੀਂ ਸਿੱਖ ਨੀਤੀ ਤਹਿਤ ਹੁਣ ਕਵਾਂਗੇ ਇਸ ਗੰਦ ਚੋਂ ਨਿਕਲਣ ਲਈ ਸਿਲੈਕਸ਼ਨ ਵਾਲਿਓ ਪਹਿਲਾਂ ਇਲੈਕਸ਼ਨ ਲੜੋ। ਨੰਬਰ 2, ਇਲੈਕਸ਼ਨ ਉਹਨਾਂ ਨਾਲ ਮਿਲ ਕੇ ਲੜੋ ਜਿਹੜੇ ਗੁਰੂ ਰਾਮਦਾਸ ਦੀ ਬੁੱਕਲ ਚੋਂ ਨਿਕਲ ਕੇ ਆਉਣ, ਨਾ ਕਿ ਕਿਸੇ ਕੈਪਟਨ ਤੇ ਕਿਸੇ ਬਾਦਲ ਤੇ ਕਿਸੇ ਹੋਰ ਦੀ। ਆ ਜਿਹੜੇ ਇੱਥੇ ਅੱਜ ਕਹਿੰਦੇ ਨੇ ਨਾ ਵੀ ਜਿੱਥੋਂ ਮਰਜ਼ੀ ਕੋਈ ਆਵੇ ਜੀ, ਉਹ ਬਸ ਬਾਦਲ ਢਾਉਣੇ ਨੇ। ਇਹਦਾ ਮਤਲਬ ਇੱਕ ਸਿਆਸੀ ਪਾਰਟੀ ਕੱਢ ਕੇ ਹੁਣ 4 ਹੋਰ ਵਾੜਨਗੇ ਦਰਬਾਰ ਸਾਹਿਬ 'ਚ, ਤੇ ਸਾਡੇ ਪੁੱਤ ਪੋਤਰੇ 4 ਨੂੰ ਕੱਢਣ ਲਈ 8 ਲੱਭਣਗੇ, ਉਹਨਾਂ ਦੇ ਗਾਂ 8 ਨੂੰ ਕੱਢਣ ਲਈ 16 ਲੱਭਣਗੇ। ਇਸ ਨਰਕ ਨੂੰ ਗਲੋਂ ਲਾਉਣ ਲਈ ਜਿਹੜਾ ਵੀ ਕੋਈ ਧਾਰਮਿਕ ਦਿਸਿਆ, ਹੁਣ ਬਾਬਾ ਜੋਗਾ ਫੌਜਾ ਸਿੰਘ ਜੀ ਧਾਰਮਿਕ ਸੀ, ਅਸੀਂ ਮੋਢੇ ਨਾਲ ਮੋਢਾ ਜੋੜ ਲਿਆ ਜੀ। ਅੱਗੇ 1 ਮਿਸਲ ਸੀ, ਹੁਣ 2 ਹੋ ਗਈਆਂ, ਤੇ ਜੇ ਅੱਜ 2 ਹੋਈਆਂ ਨਾ, ਇਹ 12 ਵੀ ਹੋਣਗੀਆਂ। ਅੱਛਾ, ਇਸ਼ਾਰਾ ਤੁਹਾਡਾ ਢੀਂਡਸਾ ਧੜੇ ਤੇ ਬ੍ਰਹਮਪੁਰਾ ਧੜੇ ਵੱਲ ਹੈ ਕਿ ਉਹ ਵੀ ਕਹਿੰਦੇ ਕਿ ਇਹਨਾਂ ਚੋਣਾਂ ਦੇ ਵਿੱਚ ਅਸੀਂ ਲੜਨਾ ਆ। ਉਹਨਾਂ ਵੱਲ ਇਸ਼ਾਰਾ ਹੈ ਕਿ ਪਾਰਟੀਆਂ ਚੋਂ ਨਿਕਲ ਕੇ ਪਾਰਟੀਆਂ ਬਣ ਕੇ ਆ ਰਹੀਆਂ ਨੇ ਇੱਥੇ। ਚਾਹੇ ਢੀਂਡਸਾ ਸਾਹਿਬ ਹੋਣ, ਬ੍ਰਹਮਪੁਰਾ ਸਾਹਿਬ ਹੋਣ, ਬੈਂਸ ਸਾਹਿਬ ਹੋਣ, ਆਪ ਵਾਲੇ ਹੋਣ, ਮੈਂ ਉਹਨਾਂ ਸਾਰਿਆਂ ਨੂੰ ਹੋਕਾ ਦਿੰਦਾ ਹੈ, ਗੁਰਦੁਆਰੇ ਦੀ ਇਲੈਕਸ਼ਨ 'ਚ ਲੱਤ ਨਾ ਫਸਾਇਓ। ਗਲਤ ਗੱਲ ਆ। ਤੁਸੀਂ ਅੱਗੇ ਬਥੇਰੀ ਰਾਜਨੀਤੀ ਕੀਤੀ ਹੈ, ਗਾਂ ਕਰੀ ਜਾਓ, ਸਾਨੂੰ ਕੋਈ ਦਿੱਕਤ ਨਹੀਂ। ਪਰ ਜੇ ਤੁਸੀਂ ਬਾਦਲ ਦਲੀਆਂ ਵਾਲੀ ਧਾਰਨ ਕਰਕੇ ਆਏ ਹੋ ਕਿ ਪਹਿਲਾਂ ਗੁਰਦੁਆਰੇ ਬਾਦਲ ਖਾ ਗਿਆ ਤੇ ਹੁਣ ਤੁਸੀਂ ਖਾਓਗੇ, ਅਸੀਂ ਬਿਲਕੁਲ ਨਹੀਂ ਹੋਣ ਦੇਣਾ ਜੀ। ਚਾਹੇ ਬ੍ਰਹਮਪੁਰਾ ਹੋਣ, ਢੀਂਡਸਾ ਹੋਵੇ, ਬੈਂਸ ਹੋਣੀ ਹੋਣ, ਆਪ ਵਾਲੇ ਹੋਣ, CPM, ਕੋਈ ਵੀ ਸਿਆਸੀ ਪਾਰਟੀ ਆ, ਉਹ ਜਾ ਕੇ MLA MP ਦੀ ਇਲੈਕਸ਼ਨ ਲੜਨ, ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਅਸੀਂ ਇਹਦੇ ਖਿਲਾਫ ਹਾਂ, ਅੱਜ ਵੀ ਡਟ ਕੇ ਵਿਰੋਧ ਕਰਦੇ ਹਾਂ ਤੇ ਕੱਲ੍ਹ ਨੂੰ ਵੀ ਕਰਾਂਗੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਇਹ ਸਿਆਸੀ ਗੰਦ ਗੁਰਦੁਆਰੇ 'ਚ ਹੋਰ ਵਧੇ ਔਰ ਇਹਨਾਂ ਦੇ ਕਾਰਨ ਵਧੇ। ਜੀ, ਬਹੁਤ ਬਹੁਤ ਸ਼ੁਕਰੀਆ। ਸੋ ਭਾਈ ਬਲਦੇਵ ਸਿੰਘ ਵਡਾਲਾ ਹੋਰਾਂ ਦਾ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਕਹਿਣਾ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਸਿਰਫ ਧਾਰਮਿਕ ਜਥੇਬੰਦੀਆਂ ਨੂੰ ਹੀ ਚੋਣ ਲੜਨੀ ਚਾਹੀਦੀ ਹੈ, ਨਾ ਕਿ ਸਿਆਸੀ ਪਿੱਠ ਭੂਮੀ ਰੱਖਣ ਵਾਲੇ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ, ਕਿਉਂਕਿ ਮਸਲੇ ਫਿਰ ਉੱਥੇ ਹੀ ਰਹਿ ਜਾਣਗੇ, ਉਲਝਣਾ ਫਿਰ ਉਹੀ ਰਹਿ ਜਾਣਗੀਆਂ, ਜਿਨ੍ਹਾਂ ਦਾ ਹੱਲ ਜਿਹੜਾ ਆ ਅੱਗੇ ਭਵਿੱਖ ਦੇ ਵਿੱਚ ਕਿਤੇ ਵੀ ਹੁੰਦਾ ਨਜ਼ਰ ਨਹੀਂ ਆਏਗਾ। ਪਰ ਜਿੰਨਾ ਗਹਿਰ ਗੰਭੀਰ ਇਹ ਮਸਲਾ ਹੈ ਇਸ ਸਮੇਂ ਪੰਜਾਬ ਦੇ ਦਰਪੇਸ਼, ਉਸ ਮਸਲੇ ਨੂੰ ਨਜਿੱਠਣ ਲਈ 4 ਦਿਆਨਤਦਾਰ ਸਿਰਾਂ ਨੂੰ ਜੁੜ ਕੇ ਬੈਠਣਾ ਪਏਗਾ। ਕੁਝ ਚੀਜ਼ਾਂ ਜਿਹੜੀਆਂ ਸੋਚਣੀਆਂ ਵਿਚਾਰਨੀਆਂ ਪੈਣਗੀਆਂ, ਫਿਰ ਕਿਤੇ ਕੋਈ ਹੱਲ ਵੱਲ ਕਦਮ ਵਧਾਇਆ ਜਾ ਸਕਦਾ ਆ। ਵਰਨਾ ਜੇ ਇਸੇ ਤਰੀਕੇ ਨਾਲ ਸਿਰਫ ਰੋਸ ਪ੍ਰਦਰਸ਼ਨ, ਚੋਣਾਂ ਦੇ ਵਿੱਚ ਇੱਕ ਦੂਜੇ ਨਾਲ ਖਹਿਬਾਜ਼ੀ ਤੇ ਨਾਲ ਦੀ ਨਾਲ ਸਿਆਸੀ ਪੈਂਤੜੇਬਾਜ਼ੀਆਂ ਖੇਡੀਆਂ ਗਈਆਂ, ਤੇ ਫਿਰ ਲੱਗਦਾ ਨਹੀਂ ਹੈ ਕਿ ਇਹ ਮਸਲੇ ਜਿਹੜੇ ਇਸ ਸਮੇਂ ਦਰਪੇਸ਼ ਨੇ ਉਹ ਕਿਤੇ ਹੱਲ ਹੋ ਪਾਉਣਗੇ। ਕੈਮਰਾਮੈਨ ਰਵਿੰਦਰ ਦੇ ਨਾਲ ਜਸਵੀਰ, TV ਪੰਜਾਬ, ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।